ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਵਿਸ਼ੇਸ਼ ਮਹਿਮਾਨ ਨੇ ਸਾਡੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ। ਸਤਿ ਸ਼੍ਰੀ ਅਕਾਲ ਜਵੰਦਾ ਸਾਹਿਬ। ਜਵੰਦਾ ਸਾਹਿਬ, ਜ਼ਿੰਦਗੀ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬੜੇ ਦਾਨਸ਼ਵਰਾਂ ਦੀਆਂ ਕੋਟੇਸ਼ਨਾਂ ਸਾਹਮਣੇ ਆ ਜਾਂਦੀਆਂ ਜਿਹੜੇ ਜ਼ਿੰਦਗੀ ਨੂੰ ਜੀਣ ਦਾ ਤਰੀਕਾ ਦੱਸਦੇ, ਜ਼ਿੰਦਗੀ ਨੂੰ ਕਿਵੇਂ ਇੰਜੋਏ ਕਰਨਾ ਚਾਹੀਦਾ, ਕਿਵੇਂ ਜੀਣਾ ਚਾਹੀਦਾ। ਇੰਜੋਏ ਕਰਨ ਦਾ ਮਤਲਬ ਇਹ ਨਹੀਂ ਵੀ ਦਾਰੂ ਸਿੱਕਾ ਚੱਲੇ, ਹਾਂਜੀ, ਮਹਿਫਲਾਂ ਦੇ ਵਿੱਚ ਸਜਾ ਕੇ ਬੈਠੋ, ਇਹ ਜ਼ਿੰਦਗੀ ਜੀਣ ਨਹੀਂ ਹੈ। ਜ਼ਿੰਦਗੀ ਜੀਣ ਦਾ ਮਤਲਬ ਹੈ ਕਿ ਤੁਸੀਂ ਇੱਕ ਮਕਸਦ ਲਈ ਇਸ ਧਰਤੀ ਤੇ ਆਏ ਹੋ। ਇੱਕ ਮਕਸਦ ਹੈ ਤੁਹਾਡਾ ਜ਼ਿੰਦਗੀ ਦਾ। ਤੁਸੀਂ ਤੁਹਾਡੀ ਸਮਰਪਣ ਭਾਵਨਾ ਆਪਣੇ ਪਰਿਵਾਰ ਪ੍ਰਤੀ, ਬੱਚਿਆਂ ਪ੍ਰਤੀ, ਸਮਾਜ ਪ੍ਰਤੀ, ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ, ਇਹ ਜਿਹੜੀ ਇਹੋ ਜਿਹੀਆਂ ਕੋਟੇਸ਼ਨਾਂ ਸਾਡੇ ਸਾਹਮਣੇ ਆਉਂਦੀਆਂ ਤੇ ਉਦੋਂ ਲੱਗਦਾ ਕਿ ਅਸੀਂ ਕਿਤੇ ਅਵੇਸਲੇ ਤਾਂ ਨਹੀਂ, ਜਾਣ ਬੁੱਝ ਕੇ ਤਾਂ ਨਹੀਂ ਅਸੀਂ ਇਹਨਾਂ ਨੂੰ ਗੱਲਾਂ ਨੂੰ ਇਗਨੋਰ ਕਰ ਰਹੇ, ਆਪਦੇ ਤੋਂ ਦੂਰ ਕਰ ਰਹੇ ਵੀ ਚਲੋ ਕੋਈ ਨਹੀਂ, ਦੁਨੀਆ ਜਿੱਦਾਂ ਚੱਲਦੀ ਚਲਾਈ ਚੱਲੋ। ਜ਼ਿੰਦਗੀ ਜੀਣ ਦਾ ਸਹੀ ਮਕਸਦ ਕੀ ਹੈ? ਜ਼ਿੰਦਗੀ ਤੇ ਸ਼ਾਇਦ ਜਿੰਨੀਆਂ ਕਿਤਾਬਾਂ ਹੁਣ ਤੱਕ ਲਿਖੀਆਂ ਗਈਆਂ ਨੇ, ਪਹਿਲੀ ਗੱਲ ਤੇ ਮੈਂ ਆਪਣੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਮੌਕਾ ਬਖਸ਼ਿਆ। ਅਤੇ ਇਹ ਜੋ ਟੌਪਿਕ ਤੁਸੀਂ ਸਟਾਰਟ ਕੀਤਾ ਜੀ, ਜ਼ਿੰਦਗੀ ਜੀਣ ਦਾ ਮਕਸਦ ਜਿਹੜਾ, ਇਹਦੇ 'ਤੇ ਪਤਾ ਨਹੀਂ ਕਿੰਨਾ ਕੁਛ ਲਿਖਿਆ ਗਿਆ। ਬੇਸ਼ੁਮਾਰ ਬੁੱਕਸ ਲਿਖੀਆਂ, ਆਰਟੀਕਲ ਲਿਖੇ ਹੋਏ ਨੇ, ਕਈ ਗ੍ਰੰਥ ਲਿਖੇ ਗਏ ਨੇ, ਹੈ ਨਾ ਜੀ। ਸਾਡੇ ਜਿਹੜੇ ਧਾਰਮਿਕ ਕਿਤਾਬਾਂ ਨੇ ਉਹ ਵੀ ਸਾਨੂੰ ਇਹ ਦੱਸਦੀਆਂ ਵੀ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਲੇਕਿਨ ਇਹਦਾ ਸਾਰ ਜਿਹੜਾ ਹੈ, ਤੱਤ ਸਾਰ ਹੈ, ਉਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਮੂਲ ਮੰਤਰ ਹੈ ਉਹਦੇ ਦੱਸਿਆ ਹੋਇਆ। ਮੂਲ ਮੰਤਰ 'ਚ ਸਾਨੂੰ ਦੱਸਿਆ ਹੈ ਕਿ ਏਕ ਓਂਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ। ਠੀਕ ਹੈ ਜੀ। ਪਰਮਾਤਮਾ ਇੱਕ ਹੈ, ਉਹਦੀ ਸਿਰਜੀ ਹੋਈ ਸਾਰੀ ਸ੍ਰਿਸ਼ਟੀ ਹੈ। ਸ੍ਰਿਸ਼ਟੀ ਵਿੱਚ ਪਤਾ ਨਹੀਂ ਕਰੋੜਾਂ ਅਰਬਾਂ ਤਰੀਕਾਂ ਦੇ ਜਿਹੜੇ ਨੇ ਉਹ ਜੀਵ ਜੰਤੂ ਵਸਦੇ ਨੇ। ਹਰ ਇੱਕ ਦੀ ਆਪਣੀ ਦੁਨੀਆ ਹੈ, ਹਰ ਇੱਕ ਦਾ ਆਪਣਾ ਸਮਾਜ ਹੈ, ਹਰ ਇੱਕ ਦਾ ਆਪਣਾ ਇੱਕ ਲਾਈਫ ਸਟਾਈਲ ਹੈ। ਠੀਕ ਹੈ ਜੀ। ਗੁਰਬਾਣੀ ਇਹ ਵੀ ਕਹਿੰਦੀ, ਸੈਲ ਪੱਥਰ ਮੇਂ ਜੰਤੂ ਪਾਇਆ ਤਾਂ ਕਿ ਰਿਜ਼ਕ ਆਗੇ ਕਰਤਾ ਰਿਹਾ। ਹਰ ਬੰਦੇ ਨੂੰ ਪਰਮਾਤਮਾ ਰੋਟੀ ਦਿੰਦਾ ਹੈ। ਲੇਕਿਨ ਕਈ ਵਾਰੀ ਲਾਈਫ ਸਟਾਈਲ ਜਿਹੜਾ ਹੈ, ਉਹ ਬਹੁਤੇ ਲੋਕਾਂ ਦਾ ਲਾਈਫ ਸਟਾਈਲ ਤਾਂ ਇਹ ਹੁੰਦਾ ਕਿ ਉਹ ਨਿਕਲ ਜਾਂਦਾ ਹੈ, ਜ਼ਿੰਦਗੀ ਦੇ ਜਿਹੜੇ ਸਟਰਗਲ ਹੈ ਉਹਨਾਂ ਨੂੰ ਕਰਦੇ ਆ, ਮਤਲਬ ਇੱਕ ਸਵੇਰੇ ਖੂਹ ਪੁੱਟਦੇ ਹੋ, ਸ਼ਾਮ ਨੂੰ ਉਹਦਾ ਪਾਣੀ ਪੀਂਦੇ ਹੈਗੇ ਜ਼ਿਆਦਾਤਰ ਦੁਨੀਆ ਦੇ ਲੋਕ, ਹੈ ਨਾ। ਅਤੇ ਜੇ ਸਟੈਟਿਸਟਿਕਲੀ ਵੇਖਿਆ ਜਾਏ ਤਾਂ 5% ਲੋਕ ਜਿਹੜੇ ਨੇ ਉਹ ਸਾਰੀ ਦੁਨੀਆ ਨੂੰ ਕੰਟਰੋਲ ਕਰਦੇ ਆ। ਬਿਲਕੁਲ। ਠੀਕ ਹੈ ਜੀ। ਅਤੇ ਉਹ ਜਿਹੜੇ 5% ਹੈ ਉਹਨਾਂ ਦਾ ਧਿਆਨ ਫਿਰ, ਕਿਉਂਕਿ ਵਿਹਲੇ ਹੁੰਦੇ ਆ, ਉਹਨਾਂ ਦਾ ਧਿਆਨ ਫਿਰ ਹੁੰਦਾ ਹੈ ਕਿ ਬਾਕੀ ਦੁਨੀਆ ਨੂੰ ਕਿੱਦਾਂ ਕੰਟਰੋਲ ਕੀਤਾ ਜਾਏ। ਵਿਹਲੇ ਤਾਂ ਨਹੀਂ, ਸ਼ਾਇਦ ਉਹਨਾਂ ਦਾ ਸਿਸਟਮ ਹੀ ਇਸ ਤਰੀਕੇ ਨਾਲ ਬਣਾਇਆ ਹੁੰਦਾ ਕਿ ਅਸੀਂ ਇਹ ਕੰਮ ਕਰਨਾ, ਇਹ ਕੰਮ ਕਰਨੇ ਹੈ। ਅਤੇ ਉਹ ਜਦੋਂ ਫਿਰ ਉਹ ਗੁਰਬਾਣੀ ਕਹਿੰਦੀ ਹੈ ਕਿ ਗੁਰਬਾਣੀ ਕੀ ਸਾਡੀ ਜਿਹੜੀ ਪੰਜਾਬੀ ਜਿਹੜੀ ਹੈ, ਜਿਹੜੀ ਫਿਲਾਸਫੀ ਹੈ ਜਾਂ ਤੁਸੀਂ ਕਹਿ ਲਓ ਕਿ ਥਿੰਕਿੰਗ ਹੈ, ਉਹ ਕਹਿੰਦੀ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਔਰ ਜਦੋਂ ਵਿਹਲਾ ਮਨ ਹੁੰਦਾ ਫਿਰ ਉਹ ਸ਼ੈਤਾਨੀ ਬਾਰੇ ਸੋਚਦਾ ਹੈ, ਚਾਹੇ ਉਹ ਇੰਡੀਵਿਜੂਅਲ ਲੈਵਲ 'ਤੇ ਹੈ। ਅਤੇ ਹਰ ਬੰਦੇ ਦਾ ਫਿਰ ਜੰਗਾਂ ਜਿਹੜੀਆਂ ਹੁੰਦੀਆਂ ਨੇ, ਤੁਸੀਂ ਦੇਖਿਆ ਹੈ ਨਾ, ਜੰਗਾਂ ਮਾੜੀ ਮਾੜੀ ਚੀਜ਼ 'ਤੇ ਮਾੜੀ ਮਾੜੀ ਚੀਜ਼ਾਂ ਦਾ ਬਹਾਨਾ ਬਣਾ ਕੇ ਜੰਗਾਂ ਸਟਾਰਟ ਕਰਦੇ ਆ। ਉਹ ਫਿਰ ਜੰਗ ਦੀ ਜਿਹੜੀ ਹੈ ਭੱਠੀ ਆ, ਉਹਦੇ 'ਚ ਆਮ ਲੋਕ ਜਿਹੜੇ 95% ਜਿਹੜੇ ਉਹ ਹੀ ਜਾਂਦੇ ਆ, ਚਾਹੇ ਉਹ ਕਿਸੇ ਸਿਪਾਹੀ ਦੇ ਰੂਪ 'ਚ ਜਾਂਦੇ ਆ, ਚਾਹੇ ਏਡ ਵਰਕਰ ਦੇ ਰੂਪ 'ਚ, ਚਾਹੇ ਕਿਸੇ ਹੋਰ ਥੱਲੇ ਲੈਵਲ ਦੇ ਪੋਲੀਟੀਕਲ, ਹਾਂਜੀ, ਉਸ ਲੈਵਲ ਦੇ ਬੰਦੇ ਜਿਹੜੇ ਨੇ ਉਹ ਝੁੱਕ ਜਾਂਦੇ ਆ ਔਰ ਖ਼ਤਮ ਹੋ ਜਾਂਦੇ, ਪਰਿਵਾਰ ਪਿੱਛੇ ਰੋਂਦਾ। ਤੋ ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਹਰ ਬੰਦੇ ਦਾ, ਹਰ ਕੈਟੇਗਰੀ ਦਾ ਲਾਈਫ ਸਟਾਈਲ ਜਿਹੜਾ ਡਿਫਰੈਂਟ ਹੈ। ਲੇਕਿਨ ਅਲਟੀਮੇਟਲੀ ਗੱਲ ਇੱਥੇ ਮੁੱਕਦੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੀ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਜਿਹੜਾ ਸਰਬੱਤ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ, ਸਰਬੱਤ ਦਾ ਭਲਾ, ਸਰਬੱਤ ਦੇ ਭਲੇ 'ਚ ਜੀਓ ਔਰ ਜੀਣ ਦਿਓ। ਇਹ ਜਾਂਦਾ ਜੀ, ਇੱਕ ਗੱਲ ਤੁਸੀਂ ਤਾਂ ਸਿਰੇ ਦੀ ਲਾਤੀ ਗੱਲ ਕਿ ਜ਼ਿੰਦਗੀ ਦਾ ਮਕਸਦ ਤੁਹਾਡਾ ਇਹ ਹੋਣਾ ਚਾਹੀਦਾ, ਸਰਬੱਤ ਦੇ ਭਲੇ ਵਾਲੀ ਗੱਲ। ਪਰ ਜਿੱਦਾਂ ਉਹ ਪੁਰਾਣੀਆਂ ਕਹਾਵਤਾਂ ਦੇ ਮੁਤਾਬਕ, ਜਾਂ ਕਹਿ ਲਓ ਵੀ ਜਿਹੜੀ ਵੀ ਫਿਲਾਸਫੀ ਅਸੀਂ ਸੁਣੀ, ਪਹਿਲਾਂ ਪੜ੍ਹੀ ਹੈ, 84 ਲੱਖ ਜੂਨਾਂ ਹੁੰਦੀਆਂ ਜੀ। ਯਾਨੀ ਤੁਸੀਂ ਵੀ ਆਪਦੀ ਗੱਲਬਾਤ ਸ਼ੁਰੂ ਕੀਤਾ ਕਿ ਬਹੁਤ ਸਾਰੇ ਜੀਵ ਜੰਤੂ ਹੈਗੇ ਆ ਇਸ ਦੁਨੀਆ ਦੇ ਵਿੱਚ, ਉਹਨਾਂ ਵਿੱਚੋਂ ਇੱਕ ਪਰਮ ਮਨੁੱਖ ਜਿਹੜਾ ਉਹ ਮਨੁੱਖ ਹੈ, ਜਿਹੜਾ
ਜਿਹਨੂੰ ਇਹ ਸੋਝੀ ਹੈ, ਸਰਵ ਸ੍ਰੇਸ਼ਟ ਸਰਵਸ਼੍ਰੇਸ਼ਟ, ਹਾਂ, ਹਾਂਜੀ, ਜਿਹਨੂੰ ਇਹ ਸੋਝੀ ਹੈਗੀ ਆ ਕਿ ਜ਼ਿੰਦਗੀ ਵੀ ਜ਼ਿੰਦਗੀ ਦਾ ਕੋਈ ਮਕਸਦ ਹੈ। ਹੁਣ ਜਿਹੜੇ ਜਾਨਵਰਾਂ ਨੂੰ ਜ਼ਿੰਦਗੀ ਦਾ ਮਕਸਦ ਤਾਂ ਸ਼ਾਇਦ ਸਮਝ ਨਹੀਂ ਹੋਊਗੀ, ਜੇ ਹੋਊਗੀ ਤਾਂ ਆਪਾਂ ਨੂੰ ਉਹਦੇ ਬਾਰੇ ਸਾਨੂੰ ਨਹੀਂ ਸਮਝ, ਠੀਕ ਹੈ ਜੀ। ਹੁਣ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੇਰੀਆਂ ਜ਼ਿੰਮੇਵਾਰੀਆਂ ਕੀ ਹੈ, ਮੇਰੇ ਫਰਜ਼ ਕੀ ਹੈ, ਅਧਿਕਾਰ ਕੀ ਹੈ। ਉਹਦੇ ਉਸ ਤਰੀਕੇ ਨਾਲ ਉਹ ਸੋਚਦਾ ਤੇ ਉਸ ਤਰੀਕੇ ਨਾਲ ਹੀ ਵਿਚਰਦਾ, ਉਸ ਤਰੀਕੇ ਨਾਲ ਹੀ ਉਹ ਆਪਦੇ ਕੰਮਕਾਰ ਕਰਦਾ ਹੈ। ਸਾਰੇ ਇਹ ਮਨੁੱਖ ਦੇ ਹਿੱਸੇ ਆ। 84 ਲੱਖ ਜੂਨਾਂ ਦੇ ਵਿੱਚੋਂ ਵੀ ਜੇ ਉਸ ਗੱਲ ਨੂੰ ਸੱਚ ਵੀ ਮੰਨ ਲਈਏ ਕਿ ਉਹ ਠੀਕ ਆ, 84 ਲੱਖ ਹੀ ਹੋਣਗੀਆਂ, ਤੇ ਉਹਦੇ ਵਿੱਚੋਂ ਮਨੁੱਖ ਜਿਹੜਾ ਇੱਕ ਹੈ ਉਹਦੇ ਹਿੱਸੇ ਗੱਲ ਇਹ ਆਈ ਹੈ, ਜ਼ਿੰਮੇਵਾਰੀ ਆਈ ਆ। ਉਹਦੀ ਜ਼ਿੰਮੇਵਾਰੀ ਆਪਦੇ ਪਰਿਵਾਰ ਪ੍ਰਤੀ ਵੀ ਹੈ, ਆਪਦੇ ਬੱਚਿਆਂ ਪ੍ਰਤੀ ਵੀ ਹੈ, ਆਪਦੇ ਸਮਾਜ ਪ੍ਰਤੀ ਵੀ ਹੈ। ਕਈ ਲੋਕ ਅੰਤਰਮੁਖੀ ਹੁੰਦੇ ਆ, ਬਾਹਰ ਮੁਖੀ ਸੋਚ ਹੋਰ ਗੱਲ, ਅੰਤਰਮੁਖੀ ਹੁੰਦੇ ਆ, ਉਹ ਆਪਦਾ ਹੀ ਸੋਚਦੇ, ਇੰਟਰੋਵਰਟ ਜ਼ਿਆਦਾ ਹੁੰਦੇ ਆ। ਮੈਨੂੰ ਇਹ ਚੀਜ਼ ਚਾਹੀਦੀ ਹੈ, ਮੈਨੂੰ ਦੁਨੀਆ ਨਾਲ ਕੋਈ ਸਰੋਕਾਰ ਨਹੀਂ, ਕਿਸੇ ਨਾਲ ਕੋਈ ਮਤਲਬ ਨਹੀਂ, ਕੋਈ ਮਰੇ ਕੋਈ ਜੀਵੇ, ਉਹ ਕਹਿੰਦੇ ਨਾ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਉਹ ਬੰਦੇ ਵੀ, ਉਹ ਇਨਸਾਨ ਵੀ ਇਸੇ ਧਰਤੀ ਤੇ ਹੈਗੇ ਆ। ਪਰ ਬੇਸਿਕਲੀ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਅਸਲ ਵਿੱਚ ਜਿਹੜਾ ਸਰਬੱਤ ਦੇ ਭਲੇ ਵਾਲੀ ਗੱਲ, ਇਹ ਇੱਕ ਬੜੀ ਸੁਪਰ ਜਿਹੜੀ ਕੋਟੇਸ਼ਨ ਹੈ ਤੁਹਾਡੀ, ਇਹ ਗੱਲ ਨੂੰ ਸਮਝਣ ਲਈ ਸ਼ਾਇਦ ਬਹੁਤ ਸਮਾਂ ਲੱਗਣਾ, ਜਾਂ ਬਹੁਤ ਸਮਾਂ ਲੱਗਿਆ। ਹੁਣ ਤੋਂ ਪਹਿਲਾਂ ਵੀ ਸਮਾਂ ਲੱਗਿਆ, ਧਰਤੀ ਕਿਹੜਾ ਅੱਜ ਦੀ ਬਣੀ ਹੈ, ਜਾਂ ਮਨੁੱਖ ਕਿਹੜਾ ਅੱਜ ਬਣਿਆ। ਪਰ ਇਹ ਬਹੁਤ ਸਾਰੇ ਲੋਕ ਅਜੇ ਵੀ ਹੈਗੇ, 100,000 ਲੋਕ ਹੈਗੇ ਆ ਜਿਹੜੇ ਇਸ ਗੱਲ ਦਾ, ਜਿਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੈ ਕਿ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ, ਆਪਦੇ ਭਲੇ ਦੀ ਗੱਲ ਮੁੱਖ ਰੂਪ 'ਚ ਰੱਖਦੇ। ਉਹ ਫਿਰ ਉਹ ਜ਼ਿੰਦਗੀ ਜੀਣ ਦਾ ਕੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਕੀ ਮਕਸਦ ਹੋਊਗਾ। ਉਹਨਾਂ ਦੇ ਜਿਸ ਕੈਟੇਗਰੀ ਦੀ ਤੁਸੀਂ ਗੱਲ ਕੀਤੀ ਹੈ, ਇਸ ਕੈਟੇਗਰੀ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਜਾਨਵਰਾਂ ਦੀ ਐਗਜ਼ਾਮਪਲ ਦਿੱਤੀ ਹੈ ਕਿ 84 ਲੱਖ ਜੂਨਾਂ ਨੇ, ਔਰ ਬਹੁਤ ਸਾਰੇ ਜਿਹੜੇ ਕੈਟੇਗਰੀਜ਼ ਹੈ, ਉਹਨਾਂ ਦਾ ਜੀਵਨ ਜੀ ਕੇ ਫਿਰ ਇਨਸਾਨ ਦੀ ਜੂਨ ਤੇ ਪੈਂਦਾ, ਜੇ ਆਪਾਂ ਗ੍ਰੰਥਾਂ ਦੀ ਮੰਨੀਏ ਤੇ ਜੇ ਆਪਾਂ ਇਸ ਫਿਲਾਸਫੀ ਨੂੰ ਮੰਨੀਏ ਤੇ ਤੁਸੀਂ ਇਹ ਵੀ ਗੱਲ ਕੀਤੀ ਕਿ ਮਨੁੱਖ ਦਾ ਜਿਹੜਾ ਮਨੁੱਖੀ ਜਾਮਾ ਹੈ, ਮਨੁੱਖੀ ਜਨਮ ਹੈ, ਸਭ ਤੋਂ ਵਧੀਆ ਹੈ, ਸਭ ਤੋਂ ਬੈਸਟ ਗਿਣਿਆ ਜਾਂਦਾ ਹੈ। ਔਰ ਤੁਸੀਂ ਬਾਅਦ 'ਚ ਇਹ ਵੀ ਗੱਲ ਕੀਤੀ ਕਿ ਜਾਨਵਰਾਂ ਨੂੰ ਇਸ ਚੀਜ਼ ਦੀ ਸੋਚੀ ਨਹੀਂ ਹੁੰਦੀ। ਪਰ ਮੈਂ MP ਸਿੰਘ ਜੀ ਤੁਹਾਨੂੰ ਦੱਸਦਾ ਕਿ ਇੰਟਰਨੈਟ ਦਾ ਯੁੱਗ ਹੈ। ਕਈ ਐਸੀਆਂ ਵਿਲੱਖਣ ਸੀਨਰੀਆਂ ਜਾਂ ਐਸੇ ਦ੍ਰਿਸ਼ ਜਿਹੜੇ ਨੇ ਉਹ ਦ੍ਰਿਸ਼ਟੀਮਾਨ ਹੁੰਦੇ ਆ ਕਿ ਇਨਸਾਨ ਹੈਰਾਨ ਰਹਿ ਜਾਂਦਾ ਹੈ। ਠੀਕ ਹੈ ਜੀ। ਇੱਕ ਜਾਨਵਰ ਜਿਹੜਾ ਉਹ ਸਾਨੂੰ ਜ਼ਿੰਦਗੀ ਜਿਉਣ ਦਾ ਮੈਸੇਜ ਦੇ ਦਿੰਦਾ ਹੈ। ਮੈਂ ਪਿੱਛੇ ਤੇ ਦੇਖਿਆ ਸੀ ਕਿ ਇੱਕ ਮਗਰਮੱਛ ਜਿਹੜਾ ਉਹ ਇੱਕ ਨਹਿਰ ਪਾਰ ਕਰ ਰਹੇ ਹਿਰਨ ਵੱਲ ਆਉਂਦਾ ਹੈ ਤੇ ਛੋਟੇ ਬੱਚੇ ਵੱਲ ਉਹਦੀ ਮਾਂ ਦੇਖ ਲੈਂਦੀ ਹੈ ਕਿ ਇਹਨੂੰ ਹਿਰਨ ਨੇ ਖਾ ਜਾਣਾ। ਉਹ ਹੋਰ ਤੇਜ਼ੀ ਨਾਲ ਸਵਿਮ ਕਰਕੇ ਹਿਰਨ ਤੇ ਬੱਚੇ ਦੇ ਵਿੱਚ ਆ ਜਾਂਦੀ ਹੈ ਕਿ ਹਿਰਨ ਜਿਹੜਾ ਮਗਰਮੱਛ ਹੈ ਉਹ ਮੈਨੂੰ ਖਾ ਲੇ, ਮੇਰੇ ਬੱਚੇ ਦੀ ਜਾਨ ਬਚ ਗਈ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਇੱਕ ਹੋਰ ਹੈ ਕਿ ਇੱਕ ਬਗਲਾ ਜਿਹੜਾ ਜਾਂ ਇੱਕ ਸਵੈਨ ਹੈ, ਇੱਕ ਪੰਛੀ ਜਿਹੜਾ ਉਹ ਧਰਤੀ ਤੇ ਪਏ ਬ੍ਰੈਡ ਦੇ ਛੋਟੇ ਛੋਟੇ ਟੁਕੜੇ ਜਿਹੜੇ ਆ ਆਪਣੇ ਮੂੰਹ 'ਚ ਲੈ ਕੇ ਪਾਣੀ ਸੁੱਟ ਰਿਹਾ। ਉਹ ਪਾਣੀ 'ਚ ਕਿੰਨੀਆਂ ਸਾਰੀਆਂ ਮੱਛੀਆਂ ਨੇ, ਠੀਕ ਹੈ ਜੀ, ਉਹ ਖਾ ਰਹੀਆਂ ਨੇ। ਠੀਕ ਹੈ ਜੀ। ਇੱਕ ਸ਼ੇਰ ਹੈ ਜਿਹੜਾ ਕਿ ਨਰ ਪੱਖੀ ਹੈ ਜਾਂ ਉਹ ਨੌਨ ਵੈਜੀਟੇਰੀਅਨ ਹੈ, ਉਹਦਾ ਗੁਜ਼ਾਰਾ ਹੀ ਉਹਦੇ ਤੇ ਬੇਸ ਹੁੰਦਾ ਹੈਗਾ। ਉਹ ਛੋਟਾ ਜਿਹਾ ਕਿ ਨਵਜੰਮਾ ਬੱਚਾ ਹੈਗਾ ਹਿਰਨ ਦਾ ਜਾਂ ਦੂਸਰਾ, ਉਹਨੂੰ ਖਾ ਨਹੀਂ ਰਿਹਾ, ਉਹਨੂੰ ਚੱਟ ਰਿਹਾ। ਠੀਕ ਹੈ ਜੀ, ਪਿਆਰ ਕਰ ਰਿਹਾ। ਠੀਕ ਹੈ ਜੀ। ਸੋ ਇਹ ਚੀਜ਼ਾਂ ਦੇਖ ਕੇ ਮੈਨੂੰ ਕਈ ਵਾਰੀ ਇਹ ਆਉਂਦਾ ਹੈ ਕਿ ਇਨਸਾਨ ਦੀਆਂ ਕੁਝ ਕੈਟੇਗਰੀਜ਼ ਤੋਂ ਤਾਂ ਜਾਨਵਰ ਜਿਹੜੇ ਨੇ, ਜਾਨਵਰਾਂ ਦੀ ਸੋਚ ਉਹ ਬੈਟਰ ਹੈਗੀ। ਠੀਕ ਹੈ ਜੀ। ਪਰ ਇਹਨਾਂ ਗੱਲਾਂ ਦਾ ਕਿੰਨਿਆਂ ਕੁ ਲੋਕਾਂ ਨੂੰ ਪਤਾ, ਕਿੰਨੇ ਕੁ ਜਿਹੜੇ ਆਪਣੇ ਆਪ ਨੂੰ ਮਨੁੱਖ ਕਹਾਉਂਦੇ ਆ ਉਹਨਾਂ ਨੂੰ ਕਿੰਨਿਆਂ ਨੂੰ ਪਤਾ ਕਿ ਜਾਨਵਰ ਜਿਹੜੇ ਆ ਜਾਂ ਪੰਛੀ ਜਿਹੜੇ ਇੰਨੇ ਸੰਵੇਦਨਸ਼ੀਲ ਹੈ, ਉਹ ਆਪਦੀ ਜ਼ਿੰਦਗੀ ਬਾਰੇ ਵੀ ਦੂਜਿਆਂ ਪ੍ਰਤੀ ਵੀ ਚਿੰਤਾ ਰੱਖਦੇ ਆ, ਜਾਂ ਕਹਿ ਲਓ ਵੀ ਫਿਕਰਮੰਦੀ ਰੱਖਦੇ ਆ, ਜਾਂ ਜ਼ਿੰਮੇਵਾਰੀ ਸਮਝਦੇ। ਇਨਸਾਨ ਤਾਂ ਇਨਸਾਨ ਪ੍ਰਤੀ ਜ਼ਿੰਮੇਵਾਰੀ ਨਹੀਂ ਹੈ। ਜਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਉਹ 5% ਵਾਲੇ ਕੈਟੇਗਰੀ ਦੇ ਬੰਦੇ ਆ ਨਾ, ਉਹਨਾਂ ਨੂੰ 24 ਘੰਟੇ ਇਹੋ ਫਿਕਰ ਖਾਈ ਜਾਂਦਾ ਕਿ ਸਾਡੇ ਕੋਲ ਜਿਹੜੀ ਇਹ ਸੁਪਰਮੇਸੀ ਹੈ ਇਹ ਨਾ ਖਤਮ ਹੋ ਜਾਏ ਕਿਤੇ, ਔਰ ਬਾਕੀ ਦੁਨੀਆ ਨੂੰ ਕੰਟਰੋਲ ਕਿੱਦਾਂ ਕਰਨਾ ਹੈ।
ਅਗਰ ਇਹ ਟੈਂਡੈਂਸੀ ਨਾ ਹੁੰਦੀ ਤੇ ਸਾਰੇ ਜਿਹੜੇ ਪੰਗੇ ਆ ਖਤਮ ਹੋ ਗਏ ਹੁੰਦੇ ਦੁਨੀਆ ਤੋਂ। ਲੇਕਿਨ ਇਹ ਲੋਕ ਪਾਸਟ ਵਿੱਚ ਹਿਸਟਰੀ ਦਾ ਤੁਸੀਂ ਪੜ੍ਹ ਕੇ ਦੇਖੋ, ਹਿਸਟਰੀ 'ਚ ਵੀ ਰਹਿੰਦੇ ਆਏ ਆ, ਆਪਣਾ ਕੰਮ ਕਰਦੇ ਆਏ ਆ, ਆਮ ਲੋਕਾਂ ਨੂੰ ਮਾਰਦੇ ਆਏ ਆ, ਮਨੁੱਖਤਾ ਦਾ ਘਾਣ ਕਰਦੇ ਆਏ ਆ, ਹੁਣ ਵੀ ਕਰ ਰਹੇ ਆ, ਫਿਊਚਰ 'ਚ ਵੀ ਕਰਨਾ ਹੈਗਾ ਉਹਨਾਂ ਨੇ। ਔਰ ਐਟ ਦ ਸੇਮ ਟਾਈਮ ਇੱਕ ਹੋਰ ਕੈਟੇਗਰੀ ਹੈ ਜਿਹੜੀ ਇਸ ਕੈਟੇਗਰੀ ਦਾ ਵਿਰੋਧ ਕਰਦੀ ਆਈ ਹੈ, ਚਾਹੇ ਉਹ ਨੱਚੀ ਸ਼ੁਰੂ ਤੋਂ ਹਾਂਜੀ, ਔਰ ਹੁਣ ਵੀ ਕਰ ਰਹੀ ਹੈ, ਫਿਊਚਰ 'ਚ ਵੀ ਕਰਦੀ ਰਹੇਗੀ। ਇੱਕ ਬੈਲੈਂਸ ਬਣਾਇਆ ਕੁਦਰਤ ਨੇ। ਅਗਰ ਸਾਰਾ ਕੁਝ ਹੀ ਠੀਕ ਹੋ ਜਾਏ ਫਿਰ ਤੇ ਬੇਗਮਪੁਰਾ ਬਣ ਜਾਏ, ਜਿਸ ਦੀ ਗੱਲ ਗੁਰਬਾਣੀ ਨੇ ਕੀਤੀ ਹੈ, ਬੇਗਮਪੁਰਾ ਸ਼ਹਿਰ ਕੋ ਨਾਓ, ਠੀਕ ਹੈ ਜੀ। ਔਰ ਅਗਰ ਸਾਰੇ ਲੋਕ ਹੀ ਬੁਰੇ ਹੋ ਜਾਣ ਤੇ ਫਿਰ ਤੇ ਨਰਕ ਦੀ ਜਿਹੜੀ ਐਗਜ਼ਾਮਪਲ ਦਿੰਦੇ ਕਿ ਮੌਤ ਤੋਂ ਬਾਅਦ ਮਿਲਦਾ ਹੈਗਾ, ਇੱਥੇ ਬਣਦੇ। ਔਰ ਨਰਕ ਹੈ ਵੀ ਹੈ, ਕਈ ਜਗ੍ਹਾ ਤੇ ਇਸ ਤਰ੍ਹਾਂ ਦਾ ਬਣਿਆ ਵੀ ਹੈ। ਹੁਣ ਦੇਖੋ ਨਾਗਾਸਾਕੀ ਮਤਲਬ ਕਿਸੇ ਹੋਰ ਧਰਤੀ ਤੇ ਨਹੀਂ ਹੈ, ਇੱਥੇ ਹੀ ਹੈ ਹਾਂਜੀ। ਤੇ ਗੁਰਬਾਣੀ 'ਚ ਕਹਿੰਦੇ ਜੀ ਅਮਲ ਜੋ ਕੀਤੇ ਦੁਨੀਆ ਵਿੱਚ ਦਰਗੇ ਆਏ ਕੰਮ। ਜੋ ਵੀ ਬੰਦਾ ਅਮਲ ਕਰਦਾ ਹੈ, ਜੋ ਵੀ ਬੰਦਾ ਇੱਥੇ ਕੰਮ ਕਰਦਾ ਹੈ, ਉਹ ਦਰਗੇ ਜਾ ਕੇ ਉਹਨੂੰ ਉਸ ਚੀਜ਼ ਦਾ ਖੁਮਿਆਜਾ ਭੁਗਤਣਾ ਪੈਂਦਾ ਹੈ ਜਾਂ ਉਹਨੂੰ ਉਹਦਾ ਬੈਨੀਫਿਟ ਮਿਲਦਾ ਹੈਗਾ, ਠੀਕ ਹੈ ਜੀ। ਔਰ ਗੁਰਬਾਣੀ ਜਿਹੜੀ ਹੈ ਤੁਰਕੀ ਬਾਣੀ ਆਈ ਜਨ ਸਗਲੀ ਚਿੰਤ ਮਟਾਈ, ਕਿਸੇ ਆਮ ਬੰਦੇ ਨੇ ਤਾਂ ਸਿਰਜੀ ਨਹੀਂ ਹੈ ਜੀ, ਉੱਤੋਂ ਆਈ ਹੈ ਤੇ ਉਹ ਲਿਖੀ ਗਏ ਹੈ ਤੇ ਉਹ ਸਾਡੇ ਸਾਹਮਣੇ ਹਨ ਜੀ। ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਇਨਸਾਨ ਬੁਰਾ ਕਰਦਾ ਕੋਈ ਜਾਂ ਗਲਤ ਕੰਮ ਕਰਦਾ ਹੈ, ਉਹਦੇ ਮਨ 'ਚ ਇੱਕ ਇੰਟੂਸ਼ਨ ਜ਼ਰੂਰ ਆਉਂਦੀ ਹੈ ਕਿ ਤੂੰ ਗਲਤ ਕਰ ਰਿਹਾ, ਪਤਾ ਲੱਗ ਜਾਂਦਾ ਹਾਂਜੀ। ਇੱਕ ਵਾਰੀ ਜ਼ਰੂਰ ਅੰਦਰੋਂ ਆਵਾਜ਼ ਆਉਂਦੀ ਹੈ, ਲੇਕਿਨ ਦੂਜੀ ਆਵਾਜ਼ ਕਿਹੜੀ ਹੁੰਦੀ ਹੈ ਕਿ ਕੋਈ ਗੱਲ ਨਹੀਂ, ਬਚਣ ਦੇ ਤਰੀਕੇ ਹੈਗੇ ਆ, ਤੂੰ ਕਰ ਸ਼ੇਰ ਤਗੜਾ ਹੋ ਤੂੰ, ਠੀਕ ਹੈ ਜੀ। ਤੇ ਉਹ ਪਹਿਲੀ ਆਵਾਜ਼ ਜਿਹੜੀ ਆਉਂਦੀ ਹੈ ਉਹ ਕੌਨਸ਼ੀਅਸ ਦੀ ਆਵਾਜ਼ ਹੁੰਦੀ ਹੈ, ਔਰ ਕੌਨਸ਼ੀਅਸ ਦੀ ਆਵਾਜ਼ ਜਿਹੜੀ ਹੈ ਪਰਮਾਤਮਾ ਦੇ ਦਰਗਾਹ ਤੋਂ ਆਈ ਹੁੰਦੀ ਹੈ, ਠੀਕ ਹੈ ਜੀ। ਔਰ ਦੂਜੀ ਜਿਹੜੀ ਆ ਉਹ ਸ਼ੈਤਾਨ ਜਿਹੜਾ ਹਰ ਬੰਦੇ ਦੇ ਇਨਸਾਨ ਦੇ ਅੰਦਰ ਵਸਿਆ ਹੁੰਦਾ। ਦੋ ਚੀਜ਼ਾਂ ਹੀ ਆ, ਦੋ ਚੀਜ਼ਾਂ ਨੇ, ਪਰਮਾਤਮਾ ਤੇ ਸ਼ੈਤਾਨ, ਭਗਵਾਨ ਵੀ ਸ਼ੈਤਾਨ ਵੀ। ਬੜੀ ਹਾਂਜੀ ਬੜੀ ਲੰਬੀ ਫਿਲਾਸਫੀ ਹੈ, ਬੜਾ ਲੰਬਾ ਡਿਸਕਸ਼ਨ ਹੈ, ਆਪਾਂ ਇੱਥੇ ਘੰਟਿਆਂ ਬੱਧੀ ਕਰ ਸਕਦੇ ਹਾਂ। ਪਰ ਇਹ ਹੈ ਕਿ ਸਿੰਪਲਿਸਿਟੀ ਜਿਹੜੀ ਹੈ, ਸਿੰਪਲ ਜਿਹੜੀ ਫਿਲਾਸਫੀ ਲਾਈਫ ਦੀ ਇਹ ਹੈ ਕਿ ਇੱਕ ਇਨਸਾਨ ਜਿਹੜਾ ਹੈ ਉਸਨੂੰ ਐਸੀ ਜ਼ਿੰਦਗੀ ਦਾ ਧਾਰਨੀ ਹੋਣਾ ਚਾਹੀਦਾ ਹੈ ਜਿਹਦੇ 'ਚ ਕਿਸੇ ਦਾ ਦਿਲ ਨਾ ਦੁਖੇ। ਹਾਂਜੀ ਬਿਲਕੁਲ। ਉਹਦੇ 'ਚ ਜਿਹੜਾ ਭਗਤ ਕਬੀਰ ਜੀ ਦੇ ਸਲੋਕ ਨੇ, ਉਹ 'ਚ ਚਾਹੁੰਦਾ ਹਿਆਓ ਨਾ ਠਾਹੀ ਕਹੀ ਕਾ, ਕਿਸੇ ਦਾ ਦਿਲ ਨਾ ਤੋੜੀ, ਕਿਸੇ ਦਾ ਦਿਲ ਨਾ ਤੋੜੋ, ਕਿਸੇ ਦਾ ਦਿਲ ਨਾ ਤੋੜੋ। ਔਰ ਜਦੋਂ ਤੁਸੀਂ ਦਿਲ ਨਹੀਂ ਤੋੜਦੇ, ਹਾਂਜੀ ਬਿਲਕੁਲ ਤੁਸੀਂ ਗੱਲ ਠੀਕ, ਜਿਹੜੇ ਗੁਰਬਾਣੀ ਦੇ ਵਿੱਚੋਂ ਤੁਸੀਂ ਹਵਾਲੇ ਦਿੱਤੇ ਆ ਉਹ ਸੱਚੀ ਮੁੱਚੀ ਬੜੇ ਜ਼ਬਰਦਸਤ ਹੈ। ਜੇ ਧਿਆਨ ਨਾਲ ਉਹਨਾਂ ਨੂੰ ਸੁਣਿਆ ਜਾਵੇ, ਪੜ੍ਹਿਆ ਜਾਵੇ ਤੇ ਫਿਰ ਅਮਲ ਕਰਨ ਦੀ ਵੱਲ ਪਾਸੇ ਵਧਿਆ ਜਾਵੇ ਤੇ ਜ਼ਿੰਦਗੀ ਤਾਂ ਸੁਧਾਰੀ ਜਾ ਸਕਦੀ, ਸੁਧਾਰੀ ਨਹੀਂ ਸਵਾਰੀ ਜਾ ਸਕਦੀ ਹੈ। ਤੇ ਪਰ ਇਹਦੇ ਬਾਵਜੂਦ ਵੀ ਹੁਣ ਗੁਰਬਾਣੀ ਜਿਹੜੀ ਆ ਉਹਨੂੰ ਮੰਨਣ ਵਾਲੇ ਜਾਂ ਪੜ੍ਹਨ ਵਾਲੇ ਜਾਂ ਉਹਨੂੰ ਮੱਥਾ ਟੇਕਣ ਵਾਲੇ, ਅਸੀਂ ਸਿੱਖ ਕਹਿ ਸਕਦੇ ਹਾਂ ਆਪਣੇ ਆਪ ਨੂੰ, ਠੀਕ ਹੈ ਜੀ। ਬਹੁਤ ਸਾਰੀ ਦੁਨੀਆ ਹੋਰ ਵੀ ਤਾਂ ਹੈ ਜਿਨ੍ਹਾਂ ਨੂੰ ਗੁਰਬਾਣੀ ਦਾ ਪਤਾ ਹੀ ਨਹੀਂ ਹੈ, ਪਤਾ ਨਹੀਂ ਹੈ। ਸਾਨੂੰ ਕਿਹੜਾ ਪਤਾ, ਅਸੀਂ ਵੀ ਮੈਨੂੰ ਲੱਗਦਾ ਹੁੰਦਾ ਕਿ ਦਿਖਾਵਾ ਹੀ ਕਰਦਾ। ਗੁਰਦੁਆਰੇ ਜਾਂਦੇ ਹਾਂ, ਮੱਥਾ ਟੇਕਦੇ ਨੇ, ਉਹ 'ਚ ਕੀ ਲਿਖਿਆ ਕਦੀ ਨਹੀਂ ਸੁਣਿਆ ਕਿਸੇ ਨੇ, ਜੇ ਸੁਣਿਆ ਵੀ ਆ ਤੇ ਉਹ ਉੱਥੇ ਹੀ ਛੱਡ ਜਾਂਦਾ, ਲੰਗਰ ਪਾਣੀ ਛਕਿਆ ਘਰ ਆ ਗਿਆ। ਪਰ ਬਹੁਤ ਸਾਰੀ ਦੁਨੀਆ ਜਵੰਦਾ ਜੀ ਇੱਦਾਂ ਦੀ ਆ, ਮੈਜੋਰਿਟੀ ਆ ਦੂਸਰਿਆਂ ਦੀ, ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਆ। ਪਰ ਜ਼ਿੰਦਗੀ ਦਾ ਅਸੂਲ ਤਾਂ ਉਹਨਾਂ ਦੇ ਵੀ ਹੈਗੇ, ਜਿਹੜਾ ਜ਼ਿੰਦਗੀ ਦਾ ਮਕਸਦ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਉਹਦਾ ਤੁਸੀਂ ਜਵਾਬ ਉਂਝ ਦੇ ਚੁੱਕੇ ਹੋ। ਪਰ ਕੀ ਸਾਰੇ ਲੋਕ ਇੰਝ ਹੀ ਸੋਚਦੇ ਆ ਕਿ ਸਰਬੱਤ ਦੇ ਭਲੇ ਨਾਲ ਜ਼ਿੰਦਗੀ ਜਿਹੜੀ ਆ, ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ? ਉਹਦੇ ਪਿੱਛੇ ਭਾਵੇਂ ਉਹ ਕਿਸੇ ਵੀ ਕੰਟਰੀ ਦੇ ਹੋਣ, ਕਿਸੇ ਵੀ ਧਰਮ ਦੇ ਹੋਣ, ਕਿਸੇ ਵੀ ਉਹ ਰੇਸ ਦੇ ਹੋਣ, ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੈ, ਯਾਨੀ ਕੁੱਲ ਮਿਲਾ ਕੇ ਮਨੁੱਖਤਾ ਨੂੰ ਅਹਿਸਾਸ ਹੈ। ਅਸੀਂ MP ਸਿੰਘ ਜੀ ਨੋਰਮਲੀ ਗੱਲ ਕਰਦੇ ਜਦੋਂ ਆਪਣੇ ਪ੍ਰੈਜ਼ੈਂਟ ਜਿਹੜਾ ਟਾਈਮ ਹੈ, ਤੇ ਸਾਨੂੰ ਲੱਗਦਾ ਕਿ ਸਭ ਤੋਂ ਬੁਰਾ ਟਾਈਮ ਇਹੋ ਹੀ ਹੈ ਸ਼ਾਇਦ। ਸਾਰੇ ਜਿੰਨੇ ਗਲਤ ਕੰਮ ਹੈ, ਜਿੰਨੇ ਮਨੁੱਖੀ ਨਰਸੰਹਾਰ ਹੋਏ ਆ ਜਾਂ ਜਿੰਨੇ ਘੱਲੂਘਾਰੇ ਹੋਏ ਆ, ਸਿਰਫ ਇਸ ਟਾਈਮ 'ਤੇ ਹੀ ਹੋਏ ਆ। ਉਹ ਸਾਨੂੰ ਇਸ ਕਰਕੇ ਲੱਗਦਾ ਕਿਉਂਕਿ ਅਸੀਂ ਪ੍ਰੈਕਟੀਕਲ ਜੀਵਨ ਇਸ ਟਾਈਮ 'ਤੇ ਜੀਏ, ਪ੍ਰੈਜ਼ੈਂਟ ਹੈਗੇ ਆ। ਲੇਕਿਨ ਤੁਸੀਂ ਹਿਸਟਰੀ ਫੋਲ ਕੇ ਦੇਖ ਲਓ, 1914 ਸੰਸਾਰ ਜੰਗ ਹੋਈ, ਤਕਰੀਬਨ 250,000 ਲੋਕ ਜਿਹੜੇ ਨੇ ਮਰੇ ਉਹਦੇ 'ਚ। ਤੇ ਜਦੋਂ 1939 ਤੋਂ ਲੈ ਕੇ 1945 ਤੱਕ ਜਦੋਂ ਸੈਕੰਡ ਵਰਲਡ ਵਾਰ ਹੋਈ, ਉਹਦੇ 'ਚ ਪਤਾ ਨਹੀਂ 10 ਮਿਲੀਅਨ ਤੋਂ ਵੀ ਜ਼ਿਆਦਾ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ 1947 ਦੀ ਵੰਡ ਕੀਤੀ ਇਹਨਾਂ ਨੇ, ਉਹਦੇ 'ਚ ਵੀ ਦੇਖ ਲਓ ਦੋਨੋਂ ਸਾਈਡ ਤੋਂ ਮਿਲੀਅਨ ਤੋਂ ਉੱਤੇ ਲੋਕ ਮਰੇ। ਹਾਲਾਂਕਿ ਉਸ ਚੀਜ਼ ਨੂੰ ਦਾ ਲੋਕਾਂ ਨੂੰ ਪਤਾ ਨਹੀਂ ਹੈ। ਕੰਬੋਡੀਆ 'ਚ ਇੱਕ ਪੋਟ ਪੋਲ ਕਰਕੇ ਹੋਇਆ,
ਉਹਨੇ ਮਨੁੱਖੀ ਕੋਪੜੀਆਂ ਦਾ ਇੱਕ ਅੰਬਾਰ ਬਣਾਤਾ। ਠੀਕ ਹੈ ਜੀ। ਉਹ ਸਟਾਲਿਨ ਜਿਹੜਾ ਸੀ, ਮੋਸੋਲਿਨੀ ਸੀ, ਇਹ ਚਲੋ ਹੁਣ ਇਤਿਹਾਸ ਦੇ ਜਿਹੜੇ ਨੇ ਸਿਰਜਣਕਾਰ ਨੇ ਉਹਨਾਂ ਨੇ ਦੱਬ ਦਿੱਤਾ ਹੈ, ਲੇਕਿਨ ਕੁਝ ਕਿਤਾਬਾਂ ਦੱਸਦੀਆਂ ਕਿ ਇਹਨਾਂ ਨੇ ਵੀ ਹਿਟਲਰ ਤੋਂ ਘੱਟ ਨਹੀਂ ਕੀਤਾ ਹੈ। ਠੀਕ ਹੈ ਜੀ। ਪਰ ਮੈਂ ਅਕਸਰ ਦੇਖਦਾ ਹੈ ਕਿ ਉਹ ਟਾਈਮ ਕਿੰਨਾ ਭਿਆਨਕ ਹੋਏਗਾ। ਠੀਕ ਹੈ ਜੀ। ਸੋ ਔਰ ਅੱਜ ਦਾ ਟਾਈਮ ਜਿਹੜਾ ਹੈ ਉਹ ਅਸੀਂ ਕਹਿੰਦੇ ਹਾਂ ਕਿ ਬਹੁਤ ਬੁਰਾ, ਲੇਕਿਨ ਫਿਰ ਵੀ ਸਲਾਈਟਲੀ ਬੈਟਰ ਹੈਗਾ ਉਸ ਟਾਈਮ ਤੋਂ, ਹੈ ਨਾ ਜੀ। ਹੁਣ ਤੁਹਾਡੇ ਕੁਐਸਚਨ ਤੋਂ ਮੈਂ ਤੁਹਾਡਾ ਕੁਐਸਚਨ ਸੀ ਕਿ ਸਾਰੇ ਲੋਕ ਇੱਦਾਂ ਸੋਚਦੇ ਆ। ਸਾਰੇ ਲੋਕ ਨਹੀਂ ਸੋਚਦੇ ਇਸ ਤਰ੍ਹਾਂ। ਸਰਬੱਤ ਦੇ ਭਲੇ ਦੀ ਗੱਲ, ਸਰਬੱਤ ਦੇ ਭਲੇ ਦੀ ਸਾਰੇ ਲੋਕ ਨਹੀਂ ਸੋਚਦੇ। ਇਹ ਸ਼ਬਦ ਜਿਹੜਾ ਸਰਬੱਤ ਦਾ ਭਲਾ, ਹਾਂਜੀ, ਇਹ ਸਾਨੂੰ ਪਤਾ, ਸਿੱਖਾਂ ਨੂੰ ਪਤਾ, ਕਿਉਂਕਿ ਸਾਡੇ ਗ੍ਰੰਥ 'ਚ ਲਿਖਿਆ ਹੈ ਜਾਂ ਸਾਡੇ ਗੁਰੂਆਂ ਨੇ ਇਹ ਗੱਲ ਕਹੀ ਹੈ। ਹਾਂਜੀ, ਠੀਕ ਹੈ ਜੀ। ਭਾਵੇਂ ਅਸੀਂ ਨਹੀਂ ਪੜ੍ਹੀ, ਭਾਵੇਂ ਅਮਲ ਅਸੀਂ ਘੱਟ ਕਰਦੇ ਹਾਂ, ਥੋੜਾ ਕਰਦੇ ਹਾਂ, ਬਹੁਤਾ ਕਰਦੇ ਹਾਂ, ਪਰ ਮੈਂ ਦੂਜੀਆਂ ਕਮਿਊਨਿਟੀਜ਼ ਦੀ ਗੱਲ ਕਰਦਾ। ਦੁਨੀਆ ਦੇ ਵਿੱਚ ਹੋਰ ਵੀ ਤਾਂ ਲੋਕ ਰਹਿੰਦੇ ਨਾ। ਸਰਬੱਤ ਦੇ ਭਲੇ ਦਾ ਕਨਸੈਪਟ ਜਿਹੜਾ ਉਹਨਾਂ ਵਿੱਚ ਵੀ ਹੈ। ਮੇਰਾ ਕੁਐਸਚਨ ਇਹ ਸੀ। ਸਰਬੱਤ ਦੇ ਭਲੇ ਦਾ ਦੇਖੋ ਕਨਸੈਪਟ ਹੈ, ਲੇਕਿਨ ਉਸ ਚੀਜ਼ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਦਾ ਇਨਸਾਨ ਜਿਹੜਾ ਨਾ ਦੋ ਚੀਜ਼ਾਂ ਦੇ ਵਿੱਚ ਫਸਿਆ ਹੋਇਆ, ਪਰਸਨੈਲਿਟੀ ਤੇ ਰੈਪੂਟੇਸ਼ਨ ਡਿਵੈਲਪਮੈਂਟ ਦੇ ਵਿੱਚ। ਹੁਣ ਪਰਸਨੈਲਿਟੀ ਕੀ ਹੈ, ਕਰੈਕਟਰ ਤੇ ਰੈਪੂਟੇਸ਼ਨ ਬਿਲਡਅਪ ਦੇ ਵਿੱਚ। ਕਰੈਕਟਰ ਕੀ ਹੈ ਜੀ ਕਿ MP ਸਿੰਘ ਜੀ ਜਦੋਂ ਇਕੱਲੇ ਨੇ, ਜਦੋਂ ਉਹਨਾਂ ਨੂੰ ਕੋਈ ਵਾਚ ਨਹੀਂ ਕਰ ਰਿਹਾ, ਉਦੋਂ ਕੀ ਕਰਦੇ? ਠੀਕ ਹੈ ਜੀ। ਔਰ ਰੈਪੂਟੇਸ਼ਨ ਕੀ ਹੈ ਕਿ ਜਦੋਂ MP ਸਿੰਘ ਜੀ ਪਬਲਿਕਲੀ ਕਿਤੇ ਜਾਂਦੇ ਆ, ਉਦੋਂ ਕਿੱਦਾਂ ਬਿਹੇਵ ਕਰਦੇ ਆ, ਜਾਂ ਲੋਕ ਕਿਵੇਂ ਸਮਝਦੇ ਨੇ। ਅੱਜ ਕੱਲ੍ਹ ਜ਼ਿਆਦਾਤਰ ਕੀ ਹੈ, ਇਨਕਲੂਡਿੰਗ ਮੀ, ਕਿ ਰੈਪੂਟੇਸ਼ਨ ਬਿਲਡਅਪ ਵੱਲ ਧਿਆਨ ਦਿੱਤਾ ਗਿਆ। ਠੀਕ ਹੈ ਜੀ। ਕਿ ਮੈਨੂੰ ਲੋਕ ਸਭ ਤੋਂ ਵਧੀਆ ਦਾਨਸ਼ਵਰ ਸਮਝਣ, ਮੈਨੂੰ ਸਮਝਣ ਕਿ ਸਭ ਤੋਂ ਵਧੀਆ ਡਿਵੈਲਪਰ ਜਿਹੜਾ ਕੰਟਰੀ ਦੀ ਭਲਾ ਕਰਨ ਵਾਸਤੇ ਮੈਂ ਹੀ ਹਾਂ, ਮੇਰੇ ਤੋਂ ਬੈਟਰ ਕੋਈ ਨਹੀਂ ਹੈ। ਮੇਰੀ ਐਡਵਰਟੀਜ਼ਮੈਂਟ ਹੋਏ, ਮੇਰੀ ਪਿਕਚਰ ਜਿਹੜੀ ਹੈ ਹਰ ਜਗ੍ਹਾ ਛਪੇ, ਮੇਰੀ ਗੱਲਬਾਤ ਹਰ ਜਗ੍ਹਾ ਹੁੰਦੀ ਹੋਏ, ਲੇਕਿਨ ਐਕਚੁਅਲੀ ਕੀ ਹੈ ਕਿ ਅੰਦਰੋਂ ਅੰਦਰ ਮੈਂ ਜੜ੍ਹਾਂ ਵੱਢ ਰਿਹਾ ਸਿਸਟਮ ਦੀਆਂ। ਠੀਕ ਹੈ ਜੀ। ਅੰਦਰੋਂ ਅੰਦਰ ਮੈਂ ਜੜ੍ਹਾਂ ਵੱਢ ਰਿਹਾ। ਕਰੈਕਟਰ ਪੁਆਇੰਟ ਆਫ ਵਿਊ ਤੋਂ ਮੈਂ ਬੜਾ ਵੀਕ ਹੈਗਾ। ਠੀਕ ਹੈ ਜੀ। ਮੈਨੂੰ ਨੌਲੇਜ ਵੀ ਕੋਈ ਨਹੀਂ ਹੈਗੀ, ਲੇਕਿਨ ਮੇਰਾ ਜ਼ੋਰ ਲੱਗਾ ਪਿਆ 24 ਘੰਟੇ ਕਿ ਮੇਰੀ ਰੈਪੂਟੇਸ਼ਨ ਬਾਹਰ ਬਣੇ। ਅੱਜ ਕੱਲ੍ਹ ਇੱਕ ਇਹ ਵਰਤਾਰਾ ਬਹੁਤ ਜ਼ਿਆਦਾ ਕਾਮਨ ਹੋਇਆ, ਔਰ ਇਹ ਜਦੋਂ ਕਾਮਨ ਹੁੰਦਾ ਹੈ ਨਾ, ਤੁਸੀਂ ਕਈ ਵਾਰੀ ਦੇਖਿਆ ਹੋਏਗਾ ਕਿ ਤੁਸੀਂ ਇੰਡੀਆ ਦੇ ਮੀਡੀਆ ਲੈ ਲਓ, ਤੁਸੀਂ 24-25 ਜਿਹੜੇ ਨੇ ਮੀਡੀਆ ਹਾਊਸਿਸ, ਉਹਨਾਂ ਚੋਂ 22-23 ਵਿਕੇ ਹੋਏ ਆ। ਇੱਕ ਬਾਡੀ ਕੰਟਰੋਲ ਕਰਦੀ, ਉਹ ਇੰਡੀਆ ਦਾ ਕੀ ਸਾਰੀ ਦੁਨੀਆ 'ਚ ਇਸ ਤਰ੍ਹਾਂ ਹੈ। ਠੀਕ ਹੈ ਜੀ। ਉਹਨਾਂ ਨੇ ਬੁਰੇ ਨੂੰ ਚੰਗਾ ਬਣਾ ਕੇ ਪੇਸ਼ ਕਰਨਾ, ਉਹਨਾਂ ਨੇ ਹੀ ਚੰਗੇ ਨੂੰ ਬੁਰਾ ਬਣਾ ਕੇ ਪੇਸ਼ ਕਰਨਾ। ਠੀਕ ਹੈ ਜੀ। ਜਦੋਂ 24 ਘੰਟੇ ਤੁਹਾਡੇ ਸਾਹਮਣੇ ਇੱਕ ਝੂਠ ਬੋਲਿਆ ਜਾ ਰਿਹਾ ਹੈ, ਤੇ ਕੁਝ ਲੋਕ ਮੰਨ ਜਾਂਦੇ ਕਿ ਸ਼ਾਇਦ ਇਹੋ ਹੀ ਸੱਚ ਹੈ। ਠੀਕ ਹੈ ਜੀ। ਔਰ ਦੁਨੀਆ ਦਾ ਵਰਤਾਰਾ ਵੀ ਇਹੋ ਹੀ ਹੈ ਕਿ ਇੱਕ ਝੂਠ ਜਦੋਂ ਤੁਹਾਡੇ ਕੰਨਾਂ 'ਚ 24 ਘੰਟੇ ਪਾਇਆ ਜਾਂਦਾ, ਤੇ ਤੁਸੀਂ ਅਗਰ ਤੇ ਤੁਹਾਡਾ ਅਧਿਆਤਮਿਕਤਾ ਬਹੁਤ ਉੱਚੇ ਲੈਵਲ ਦੀ ਹੈ, ਫਿਰ ਤਾਂ ਤੁਸੀਂ 24 ਘੰਟੇ ਝੂਠ ਸੁਣ ਕੇ ਵੀ ਤੁਸੀਂ ਕਹੋਗੇ ਨਹੀਂ ਇਹ ਝੂਠ ਹੈ। ਅਗਰ ਤੁਸੀਂ ਇੱਕ ਵੀਕ ਮਾਨਸਿਕਤਾ ਦੇ ਧਾਰਨੀ ਹੋ, ਤੇ ਤੁਹਾਨੂੰ ਥੋੜਾ ਜਿਹਾ ਵਹਿਮ ਹੋ ਜਾਏਗਾ ਪਹਿਲੇ ਦਿਨ ਕਿ ਵਾਕਈ ਹੋ ਸਕਦਾ ਇੰਨੇ ਚੈਨਲ ਬੋਲ ਰਹੇ ਆ, ਸੱਚ ਹੀ ਹੋਣਾ। ਕਈਆਂ ਨੇ ਦੇਖਣੇ ਉਹ ਹੁੰਦੇ, ਤੁਹਾਨੂੰ ਸੱਚ ਲੱਗਣਾ ਹੀ ਲੱਗਣਾ। ਹਾਂਜੀ, ਜਗਣਾ ਹੀ ਨਹੀਂ। ਠੀਕ ਹੈ ਜੀ। ਤੇ ਉਹ ਅੱਜ ਕੱਲ੍ਹ ਵਰਲਡ ਵਾਈਡ ਜਿਹੜਾ ਇਹ ਫਿਨੋਮੀਨਨ ਹੈਗਾ, ਬਾਕੀ ਕਮਿਊਨਿਟੀਜ਼ ਦੇ ਵਿੱਚ ਵੀ ਹੈ ਜੀ। ਇਹ ਸਰਬੱਤ ਦਾ ਭਲਾ ਹੈਗਾ, ਲੇਕਿਨ ਤਰੀਕੇ ਵੱਖੋ ਵੱਖ ਹੈਗੇ ਨੇ, ਤਰੀਕੇ ਵੱਖੋ ਵੱਖ ਨੇ। ਠੀਕ ਹੈ ਜੀ। ਅਸੀਂ ਬਹੁਤਾ ਨੇੜੇ ਨਹੀਂ ਹੋਏ ਹੁੰਦੇ, ਸਾਨੂੰ ਪਤਾ ਨਹੀਂ ਲੱਗਦਾ, ਸੋਚਦੇ ਸਾਰੇ ਇਸੇ ਤਰ੍ਹਾਂ ਹੀ। ਹਾਂਜੀ, ਠੀਕ ਹੈ ਜੀ। ਮਾਨਵਵਾਦੀ ਸੋਚ ਸਾਰਿਆਂ ਤੇ ਹੈਗੀ ਆ, ਆਮ ਲੋਕਾਂ ਤੇ ਹੈਗੀ, ਲੇਕਿਨ ਜਿਹੜੇ ਇੱਕ ਐਲੀਟ ਗਰੁੱਪ ਹੈਗਾ, ਉਹ ਕਰਦਾ ਕੁਛ ਹੈ, ਦਿਖਾਉਂਦਾ ਕੁਛ ਹੈ, ਕਰਦਾ ਕੁਛ ਹੈ, ਲੇਕਿਨ ਹੁੰਦਾ ਕੁਛ ਹੋਰ ਹੈ। ਉਹ ਹਰ ਕੰਟਰੀ 'ਚ ਸਾਰੀ ਜਗ੍ਹਾ ਉਹ ਹੈਗਾ, ਸਾਰੀ ਜਗ੍ਹਾ, ਚਾਹੇ ਇੰਡੀਆ ਲੈ ਲਓ, ਚਾਹੇ ਯੂਰਪ ਲੈ ਲਓ, ਚਾਹੇ ਅਮਰੀਕਾ ਲੈ ਲਓ, ਚਾਹੇ ਤੁਸੀਂ ਕੈਨੇਡਾ, ਕਿਸੇ ਵੀ ਕੰਟਰੀ 'ਚ, ਕਿਸੇ ਵੀ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਹੀ ਆ। ਪ੍ਰਾਊਡ ਟੂ ਬੀ ਕੈਨੇਡੀਅਨ ਕਹਿਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ, ਲੇਕਿਨ ਆ ਜਦੋਂ ਛੋਟੇ ਛੋਟੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਨੇ, ਤੇ ਮੈਂ ਅਕਸਰ ਸੋਚਦਾ ਕਿ ਇੱਕ ਪੇਰੈਂਟਸ ਦਾ ਬੱਚਾ ਖੋ ਕੇ ਉਹਨੂੰ ਫੋਰਸੀਬਲੀ ਕਨਵਰਟ ਕੀਤਾ ਜਾਏ, ਕਿਸੇ ਹੋਰ ਫਿਲਾਸਫੀ ਦੇ ਧਾਰਨੀ ਬਣਾਇਆ ਜਾਏ, ਅਗਰ ਨਹੀਂ ਮੰਨਦਾ ਤਾਂ ਉਹਨੂੰ ਕਤਲ ਕੀਤਾ ਜਾਏ, ਕਤਲ ਕਰਕੇ ਉਹਨੂੰ ਦਬ ਦਿੱਤਾ ਜਾਏ। ਠੀਕ ਹੈ ਜੀ। ਉਹਦਾ ਕੋਈ ਰੈਕਡ ਹੀ ਨਾ ਹੋਏ। ਠੀਕ ਹੈ ਜੀ। ਆਹ ਇਸ ਸਿਸਟਮ 'ਚ ਹੋਇਆ, ਇਹ ਸਾਰਾ ਕੁਝ ਹਿਸਟਰੀ ਵਿੱਚ ਹੀ ਹੋਇਆ। ਇਹ ਮਾਨਵਵਾਦੀ ਪਹੁੰਚ ਨਹੀਂ ਹੈਗੀ, ਔਰ ਮਾਨਵ ਵਿਰੋਧੀ ਪਹੁੰਚ ਹੈਗੀ ਆ। ਇਹਦੇ 'ਚ ਕਈ ਵਾਰੀ ਇੱਕ ਹੁੰਦਾ ਜੀ, ਕਈ ਵਾਰੀ ਹੁੰਦਾ ਵੀ
ਲਫ਼ਜ਼ ਅਲਾਮਾ ਇਕਬਾਲ ਦੇ ਹੈਗੇ ਜੀ, ਮਜ਼ਹਬ ਨਹੀਂ ਸਿਖਾਤਾ आपस में बैर रखना। हाँ जी, हाँ जी। बिल्कुल ठीक है जी। ਤੇ ਕਿਸੇ ਨੇ ਇਹ ਵੀ ਕਹਿਤਾ ਕਿ ਮਜ਼ਹਬ ਹੀ ਸਿਖਾਤਾ ਹੈ ਆਪਸ ਵਿੱਚ आपस में बैर रखना या ਕੰਟਰੋਵਰਸੀ ਬੜੀ ਵੱਡੀ ਹੈ ਕਿ ਤੁਸੀਂ ਕਿਸੇ ਨੂੰ ਜ਼ਬਰਦਸਤੀ, ਜੋ ਤੁਸੀਂ ਦੱਸਿਆ ਕਨਵਰਜ਼ਨ ਕਰਨ ਵਾਲੀ ਗੱਲ, ਉਹ ਅੱਜ ਵੀ ਚੱਲਦੀ ਪਈ ਹੈ, ਚੱਲਦੇ ਕਿਸੇ ਨਾ ਕਿਸੇ ਸ਼ੇਪ ਵਿੱਚ ਚੱਲਦੀ ਪਈ ਪਈ ਹੈ ਜਾਂ ਇਹ ਮਨੁੱਖਤਾਵਾਦੀ ਜਿਹੜੀ ਆ ਅਪਰੋਚ ਨਹੀਂ ਹੈਗੀ। ਜਿੰਨੇ ਵੀ ਲੋਕ ਹੈ, ਸਿਆਣੇ ਆ, ਇੰਟੈਲੈਕਚੁਅਲਸ ਹੈਗੇ ਆ, ਕਿਸੇ ਵੀ ਦੇਸ਼ ਦੇ ਆ, ਕਿਸੇ ਵੀ ਧਰਮ ਦੇ ਆ, ਕਿਸੇ ਵੀ ਜਾਤੀ ਨਾਲ, ਚਲੋ ਇਦਾਂ ਦੀ ਗੱਲ ਵੀ ਲੈ ਲਈਏ, ਹਾਲਾਂਕਿ ਜਾਤੀਵਾਦ ਦੀ, ਧਰਮਵਾਦ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ, ਪਰ ਜਿੱਥੇ ਵੀ ਕੋਈ ਸਟੈਂਡ ਕਰਦਾ, ਜਿੱਥੇ ਵੀ ਕਿਸੇ ਦੀ ਆਸਥਾ ਹੈ, ਸ਼ਰਧਾ ਹੈ, ਉਹਨਾਂ ਨੂੰ ਇਸ ਗੱਲ ਤੇ ਸੋਚਣਾ ਪਊਗਾ ਕਿ ਇਹ ਆਦਿ ਮਨੁੱਖ ਤੋਂ ਇਸ ਤਰ੍ਹਾਂ ਘਟਨਾਕ੍ਰਮ ਚੱਲਦਾ ਪਿਆ, ਅੱਜ ਕਿੰਨਾ ਚਿਰ ਹੋਰ ਇੱਦਾਂ ਚੱਲੇਗਾ। ਇਹ ਘਟਨਾਵਾਂ ਜਿਹੜੀਆਂ ਹੁਣ ਸਾਹਮਣੇ ਆਈਆਂ ਸਾਡੇ, ਇਹ ਅਜੇ ਹੋਰ ਪਤਾ ਨਹੀਂ ਕਿੰਨਾ ਕੁਝ ਸਾਹਮਣੇ ਹੋਰ ਆਉਣ ਵਾਲਾ। ਤੁਸੀਂ MP ਸਿੰਘ ਜੀ ਕਿਹਾ ਕਿ ਜਿਹੜਾ ਪਾਸਟ ਵਿੱਚ ਹੋਇਆ ਹੁਣ ਸਾਡੇ ਸਾਹਮਣੇ ਆ ਰਿਹਾ ਹੈ, ਲੇਕਿਨ ਤੁਸੀਂ ਇਹ ਵੀ ਮੰਨੋਗੇ ਕਿ ਜੋ ਅੱਜ ਹੋ ਰਿਹਾ, ਜਿਹੜਾ ਸਾਡੇ ਸਾਹਮਣੇ ਨਹੀਂ ਹੈ, ਹੋ ਸਕਦਾ ਨੈਕਸਟ ਜਨਰੇਸ਼ਨਸ ਉਹਨਾਂ ਨੂੰ ਪਤਾ ਲੱਗੇ, ਤੇ ਉਹ ਸਾਡੀ ਜਨਰੇਸ਼ਨ ਜਿਹੜੀ ਉਸ ਟਾਈਮ ਤੇ ਮਰ ਚੁੱਕੀ ਹੋਏਗੀ, ਉਹਦੇ ਬਾਰੇ ਕਈ ਤਰ੍ਹਾਂ ਦੇ ਓਪੀਨੀਅਨ ਬਣਾਉਣਗੇ। ਹੁਣ ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਤੁਸੀਂ ਵਿਨੀਪੈਗ ਦੀ ਐਗਜ਼ਾਮਪਲ ਲਓ, ਇੱਥੋਂ ਤੁਸੀਂ 200-300 ਕਿਲੋਮੀਟਰ ਦੂਰ ਚੱਲ ਜਾਓ, ਉੱਥੇ ਇੰਨੇ ਸੰਘਣੇ ਜੰਗਲ ਨੇ ਕਿ ਤੁਸੀਂ ਬੰਦਾ ਮਾਰ ਕੇ ਵੈਸੇ ਖੁੱਲਾ ਸੁੱਟ ਦਿਓ, ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ, ਲਾਗੇ ਕੋਈ ਹੈ ਨਹੀਂ ਹੈ, ਕੋਈ ਇਤਨੇ ਘਟਨਾਵਾਂ ਵਾਪਰਦੀਆਂ ਵੀ ਹੈਗੀਆਂ, ਔਰ ਤੁਸੀਂ ਖੁੱਲਾ ਮਾਰਨ ਦੀ ਬਜਾਏ ਤੁਸੀਂ ਇੱਕ ਟੋਇਆ ਪੱਟ ਕੇ ਥੱਲੇ ਲੱਭ ਦਿੰਦੇ ਹੋ, ਕਿੱਥੋਂ ਲੱਭੋਗੇ ਤੁਸੀਂ। ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ, ਤਾਂ ਕਹਿ ਰਹੇ ਹਾਂ ਕਿ ਇਹ ਗੱਲਾਂ ਪੁਰਾਣੀ ਸਦੀ ਦੀ, ਪਿਛਲੀ ਸਦੀ ਦੀਆਂ ਨਹੀਂ ਹੈਗੀਆਂ, ਜਾਂ ਇਸ ਸਦੀ ਦੀ ਸ਼ੁਰੂਆਤ ਦੀਆਂ ਨਹੀਂ, 20ਵੀਂ ਚ ਹੋਇਆ ਸਾਰਾ ਕੁਝ, ਇਹ 21ਵੀਂ ਵਿੱਚ ਸਦੀ ਵਿੱਚ ਵੀ ਇਸੇ ਤਰੀਕੇ ਨਾਲ ਹੋ ਰਿਹਾ। ਬਹੁਤ ਸਾਰੀਆਂ, ਤੁਸੀਂ ਵਿਨੀਪੈਗ ਦੀ ਗੱਲ ਕੀਤੀ, ਵਿਨੀਪੈਗ 'ਚ ਕੁੜੀਆਂ ਗਾਇਬ ਹੁੰਦੀਆਂ, ਕਦੀ ਲੱਭੀਆਂ, ਕੋਈ ਰੈਕੋਰਡ ਨਹੀਂ ਹੈ, ਕਦੀ ਲੱਭੀਆਂ। ਜਿਹੜੀ 15-20 ਦਿਨੀ ਪੁਲਿਸ ਇਹ ਕਹਿੰਦੀ ਆ ਕਿ ਜੀ ਅਨਟ੍ਰੇਸੇਬਲ ਆ, ਜੇ ਕਿਸੇ ਨੂੰ ਸੂਹ ਮਿਲੇ ਤਾਂ ਸਾਨੂੰ ਦੱਸਿਓ, ਐਸ ਨੰਬਰ ਫਾਈਲ ਕਲੋਜ਼। ਹਾਂਜੀ, ਸੋ ਮਤਲਬ ਇਹ ਜਿਹੜਾ ਸਾਰਾ ਕੁਝ ਇਹ ਹੋ ਰਿਹਾ, ਇਸ ਤਰੀਕੇ ਨਾਲ ਵਰਤਾਰੇ ਹੋ ਰਹੇ, ਇਹਦੇ ਲਈ ਅੱਜ ਦਾ ਮਨੁੱਖ ਪੂਰਾ ਜ਼ਿੰਮੇਵਾਰ ਹੈ। ਔਰ ਲਾਸਟ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ, ਪਤਾ ਨਹੀਂ ਤੁਸੀਂ ਲਾਸਟ ਤੁਹਾਡੀ ਸਟੇਟਮੈਂਟ ਹੈ ਕਿ ਨਹੀਂ, ਬਟ ਮੈਂ ਇਹ ਕਹੂੰਗਾ ਕਿ ਇਹਨਾਂ ਚੀਜ਼ਾਂ ਬਾਰੇ ਡਿਸਕਸ਼ਨ ਕਰਨੀ ਬੰਦ ਹੋ ਰਹੀ ਹੈ, ਡਿਸਕਸ਼ਨ ਜਿਹੜੀ ਘੱਟ ਹੋ ਰਹੀ ਹੈ। ਇਹਨਾਂ ਟੌਪਿਕਸ ਨੂੰ ਬੋਰੀਅਤ ਦਾ ਜਾਮਾ ਪਹਿਨਾ ਕੇ ਬੰਦ ਕੀਤਾ ਜਾਏ, ਇਰਰੈਲੇਵੈਂਟ ਹੈ, ਇੰਟਰਸਟ ਘੱਟ ਹੁੰਦਾ ਹੈ। ਔਨ ਦਾ ਅਦਰ ਹੈਂਡ, ਅਗਰ ਇੱਕ ਸਿੰਗਰ ਹੈ, ਉਹ ਬੰਦੂਕ ਦੀ ਗੱਲ ਕਰਦਾ, ਜੀਪ ਦੀ ਗੱਲ ਕਰਦਾ ਹੈ, ਉੱਤੇ ਸ਼ਰੇਆਮ ਪਿੰਡ ਚੋਂ ਕੁੜੀ ਕੱਢ ਕੇ ਲੈ ਕੇ ਉਹਨੂੰ ਬਿਠਾ ਕੇ ਉਹਨੂੰ TRP ਹਾਈ ਮਿਲਦੀ ਹੈ। ਇਹ ਵੀ ਅਨਫੋਰਚੂਨੇਟ ਇੱਕ ਐਸਪੈਕਟ ਹੈਗਾ ਸਾਡੀ ਥਿੰਕਿੰਗ ਦਾ। ਇਹਨਾਂ ਟੌਪਿਕਸ ਤੇ, ਮਨੁੱਖਤਾ ਤੇ, ਹਿਊਮੈਨਿਟੀ ਤੇ, ਖਾਲਸਾ ਏਡ ਵਾਲੇ ਜਿਹੜੇ ਰਵੀ ਸਿੰਘ ਜੀ, ਉਹ ਕਹਿੰਦੇ ਹੁੰਦੇ ਕਿ ਸਾਡਾ ਸੰਸਥਾ ਉੱਥੇ ਕੰਮ ਕਰਦੀ ਹੈ ਜਿੱਥੇ ਬੰਬ ਸੁੱਟਣੇ ਸੌਖੇ ਹੈ ਤੇ ਰੋਟੀ ਸੁੱਟਣੀ ਔਖੀ ਹੈ। ਠੀਕ ਹੈ ਜੀ, ਬਿਲਕੁਲ। ਇਹਨਾਂ ਟੌਪਿਕਸ ਤੇ ਵੀ ਗੱਲ, ਇਹਨਾਂ ਕੰਮਾਂ ਤੇ ਗੱਲ ਹੋਣੀ ਚਾਹੀਦੀ ਹੈ, ਆ ਪਬਲਿਕ ਪਲੇਟਫਾਰਮਸ ਤੇ ਹੋਣੀ ਚਾਹੀਦੀ, ਬਿਨਾਂ ਕਿਸੇ ਡਰ ਤੇ ਹੋਣੀ ਚਾਹੀਦੀ ਹੈ। ਅਗਰ ਗੱਲ ਹੋਣੀ ਬੰਦ ਹੋ ਗਈ, ਸਮਝ ਲਓ ਉਦੋਂ ਮਨੁੱਖਤਾ ਅਸਲ ਮੈਨੇ 'ਚ ਮਰ ਜਾਏਗੀ। ਇਹ ਬੰਦ ਸ਼ਾਇਦ ਨਹੀਂ ਹੋਣੀ, ਨਹੀਂ ਹੋਣੀ ਚਾਹੀਦੀ, ਇਹ ਸਾਡੀ ਇੱਛਾ ਵੀ ਹੈ, ਖਾਹਿਸ਼ ਵੀ ਹੈ, ਤੁਹਾਡੀ ਦੁਆ ਵੀ ਹੈ। ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਆ, ਉਹ ਬੋਲਦੇ ਰਹਿਣੇ ਚਾਹੀਦੇ, ਕਿਸੇ ਵੀ ਤਰੀਕੇ ਨਾਲ ਬੋਲਣ, ਹੌਲੀ ਬੋਲਣ, ਜ਼ਰੂਰੀ ਨਹੀਂ ਹੈ ਲਾਊਡ ਆਵਾਜ਼ 'ਚ ਬੋਲਣ, ਹੌਲੀ ਗੱਲ ਕਰਨ ਬੇਸ਼ੱਕ, ਪਰ ਕਰਦੇ ਰਹਿਣੇ ਚਾਹੀਦੇ ਆ। ਇਹ ਜੇ ਨਹੀਂ ਕਰਨਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ, ਆਉਣ ਵਾਲੀ ਜਨਰੇਸ਼ਨ ਜਿਹੜੀ ਆ, ਉਹ ਸਾਡੇ ਲਈ, ਸਾਨੂੰ ਲਾਹਮਤਾਂ ਪਏਗੀ, ਸਾਡੇ ਲਈ ਸਵਾਲ ਖੜੇ ਕਰੇਗੀ, ਔਰ ਕਹੇਗੀ, ਸ਼ਰਮਿੰਦਗੀ ਮਹਿਸੂਸ ਵੀ ਕਰੇਗੀ ਕਿ ਸਾਡੇ ਵਡੇਰਿਆਂ ਨੇ ਉਦੋਂ ਆਵਾਜ਼ ਬੁਲੰਦ ਨਹੀਂ ਕੀਤੀ ਜਦੋਂ ਕਰਨ ਦੀ ਲੋੜ ਸੀ। ਬਹੁਤ ਮਿਹਰਬਾਨੀ ਬੰਦਾ ਜੀ, ਥੈਂਕ ਯੂ ਵੈਰੀ ਮਚ, ਤੁਸੀਂ ਬਹੁਤ ਪਿਆਰੀਆਂ ਗੱਲਾਂ ਕੀਤੀਆਂ। ਨੈਕਸਟ ਟਾਈਮ ਕਿਸੇ ਹੋਰ ਟੌਪਿਕ ਤੇ ਅਸੀਂ ਇਸੇ ਤਰ੍ਹਾਂ ਚਰਚਾ ਕਰਾਂਗੇ। ਬਹੁਤ ਮਿਹਰਬਾਨੀ ਜੀ।